ਇੱਕ ਵਾਰ ਡੇਰਾ ਬਾਬਾ ਨਾਨਕ ਵਿੱਚ ਸਤਸੰਗ ਹੋ ਰਿਹਾ ਸੀ। ਸ਼੍ਰੀ ਲਖਮੀ ਚੰਦ ਜੀ ਦੇ ਪੋਤਰੇ ਬਾਬਾ ਮਿਹਰ ਚੰਦ ਜੀ ਇੱਕ ਬੌੜ ਦੇ ਦਰਖਤ ਹੇਠ ਬੈਠੇ ਹੋਏ ਸਨ। ਹੋਰ ਕਾਫੀ ਸੰਗਤ ਉਹਨਾਂ ਦੇ ਕੋਲ ਬੈਠੀ ਹੋਈ ਸੀ। ਗੁਰਮਾਰਗ ਦੇ ਬਚਨ ਬਿਲਾਸ ਹੋ ਰਹੇ ਸਨ। ਕੁਝ ਬਚਨ ਬਿਲਾਸ ਕਰਦਿਆਂ ਕਰਦਿਆਂ ਬਾਬਾ ਮਿਹਰ ਚੰਦ ਜੀ ਨੇ ਸਾਰੀ ਸੰਗਤ ਤੇ ਝਾਤ ਪਾਈ। ਬਚਨ ਸੰਗਤ ਦੇ ਹੀ ਚੱਲ ਰਹੇ ਸਨ ਕਿ ਇਨਸਾਨ ਜਿਹੋ ਜਿਹੀ ਸੰਗਤ ਕਰਦਾ ਹੈ ਉਹ ਜਿਹਾ ਹੀ ਇਨਸਾਨ ਬਣ ਜਾਂਦਾ ਹੈ। ਅਗਰ ਕੁਝ ਸਮਾਂ ਚੋਰ ਦੀ ਸੰਗਤ ਕੀਤੀ ਜਾਵੇ ਤਾਂ ਚੋਰੀ ਕਰਨ ਦਾ ਭੇਤ ਮਿਲ ਜਾਂਦਾ ਹੈ ਤੇ ਚੋਰੀ ਕਰਨ ਦੀ ਆਦਤ ਬਣ ਜਾਂਦੀ ਹੈ। ਜੇ ਜੁਆਰੀਏ ਦੀ ਸੰਗਤ ਕੀਤੀ ਜਾਏ ਤਾਂ ਜੂਆ ਖੇਡਣ ਦੀ ਆਦਤ ਬਣ ਜਾਂਦੀ ਹੈ। ਅਫੀਮੀ ਪੋਸਤੀ ਦੀ ਸੰਗਤ ਕੀਤੀ ਜਾਏ ਤਾਂ ਅਫੀਮੀ ਪੋਸਤੀ ਬਣ ਜਾਂਦਾ ਹੈ। ਅਗਰ ਜੇ ਕੋਈ ਵਿਸ਼ੇ ਵਿਕਾਰੀ ਦੀ ਸੰਗਤ ਕਰੇ ਤਾਂ ਵਿਸ਼ੇ ਵਿਕਾਰੀ ਬਣ ਜਾਂਦਾ ਹੈ। ਅਗਰ ਕਿਸੇ ਵਜ਼ੀਰ ਮੰਤਰੀ ਪ੍ਰਧਾਨ ਦੀ ਸੰਗਤ ਕਰਦਾ ਹੈ ਤਾਂ ਸਰਕਾਰੀ ਕਾਨੂੰਨਾਂ ਦਾ ਜਾਣਕਾਰ ਬਣ ਜਾਂਦਾ ਹੈ। ਇੱਕ ਦੂਸਰੇ ਵਜ਼ੀਰ ਪ੍ਰਧਾਨ ਮੰਤਰੀ ਦਾ ਜਾਣੂ ਹੋ ਜਾਂਦਾ ਹੈ ਤੇ ਮਿਲਾਪੀ ਹੋ ਜਾਂਦਾ ਹੈ। ਸੋ ਇਸੇ ਹੀ ਤਰ੍ਹਾਂ ਅਗਰ ਕਿਸੇ ਮਹਾਂਪੁਰਸ਼ਾਂ, ਗੁਣੀ ਗਿਆਨੀ, ਕਥਾਵਾਚਕ ਦਾ ਸੰਗੀ ਹੋ ਜਾਈਏ ਤਾਂ ਉਹਦੇ ਵਰਗਾ ਹੀ ਰੰਗ ਚੜ੍ਹ ਜਾਂਦਾ ਹੈ ਤੇ ਰੱਬ ਦਾ ਪਿਆਰਾ ਮਿੱਤਰ ਬਣ ਜਾਂਦਾ ਹੈ। ਭਗਤੀ ਸਿਮਰਨ ਕਰਨ ਦਾ ਚੇਟਕੀ ਬਣ ਜਾਂਦਾ ਹੈ। ਦਰਗਾਹ ਦਾ ਭਾਗੀ ਬਣ ਜਾਂਦਾ ਹੈ। ਉਸ ਪ੍ਰਭੂ ਮਾਲਕ ਨਾਲ ਸਿੱਧੀ ਗੱਲਬਾਤ ਕਰਨ ਦਾ ਹਿਤਕਾਰੀ ਹੋ ਜਾਂਦਾ ਹੈ ਅਤੇ ਅੰਤ ਉਸ ਪ੍ਰਭੂ ਮਾਲਕ ਦੇ ਨਾਲ ਇੱਕਮਿਕ ਹੋ ਕੇ ਅਭੇਦ ਹੋ ਜਾਂਦਾ ਹੈ। ਐਸੇ ਉਪਦੇਸ਼ ਦੀ ਵਾਰਤਾ ਚੱਲ ਰਹੀ ਸੀ ਕਿ ਅਚਾਨਕ ਹੀ ਸਤਸੰਗ ਦਰਬਾਰ ਵਿੱਚ ਇੱਕ ਜ਼ਖਮੀ ਕਬੂਤਰ ਜੋ ਕਿ ਤੜਫ ਰਿਹਾ ਸੀ ਉਹ ਆ ਕੇ ਡਿੱਗ ਪਿਆ। ਬਾਬਾ ਮਿਹਰ ਚੰਦ ਜੀ ਦੇ ਮੁਖ ਤੋਂ ਅਚਾਨਕ ਹੀ ਬੋਲ ਤੀਰ ਵਾਂਗਰ ਛੁੱਟ ਗਿਆ ਕਿ ਇਹ ਕਿਸ ਪਾਪੀ ਨੇ ਜ਼ੁਲਮ ਕਰ ਦਿੱਤਾ ਹੈ। ਬੇਦੋਸ਼ੇ ਅਤੇ ਬੇਜ਼ੁਬਾਨ ਜੀਵ ਦੀ ਹੱਤਿਆ ਕਿਸ ਨੇ ਕੀਤੀ ਹੈ। ਅਜੇ ਕਬੂਤਰ ਤੜਫ ਹੀ ਰਿਹਾ ਸੀ, ਜਾਨ ਟੁੱਟ ਰਹੀ ਸੀ ਕਿ ਉਸ ਨੂੰ ਵੇਖ ਕੇ ਬਾਬਾ ਮਿਹਰ ਚੰਦ ਜੀ ਸਹਾਰ ਨਾ ਸਕੇ। ਮੁਖ ਤੋਂ ਫੇਰ ਇਹ ਤਿੱਖਾ ਤੀਰ ਛੁੱਟ ਗਿਆ ਕਿ ਜਿਸ ਨੇ ਇਹ ਕਹਿਰ ਕੀਤਾ ਹੈ ਉਹ ਵੀ ਇਸ ਦੇ ਹੀ ਤਰ੍ਹਾਂ ਤੜਫੇਗਾ ਤੇ ਉਸ ਦੀ ਵੀ ਇਸ ਤਰ੍ਹਾਂ ਹੀ ਜਾਨ ਖੁੱਸੇਗੀ। ਬਸ ਇਹ ਕਹਿਣ ਦੀ ਦੇਰ ਹੋਈ ਕਿ ਘਰ ਵਿੱਚ ਹੀ ਪਾਣਾ ਵਰਤ ਗਿਆ ਜੋ ਕਿ ਬਾਬੇ ਮਿਹਰ ਚੰਦ ਜੀ ਦੇ ਆਪਣੇ ਹੀ ਸਾਹਿਬਜ਼ਾਦੇ ਨੇ ਅਚਾਨਕ ਹੀ ਕਬੂਤਰ ਨੂੰ ਗੁਲੇਲਾ ਮਾਰ ਕੇ ਸਿੱਟ ਦਿੱਤਾ ਸੀ। ਸਾਹਿਬਜ਼ਾਦਾ ਮਾਣਕ ਚੰਦ ਉਸ ਕਬੂਤਰ ਦੀ ਤਰ੍ਹਾਂ ਹੀ ਅਚਾਨਕ ਪੀੜ ਦੇ ਨਾਲ ਤੜਫਣ ਲੱਗ ਪਏ ਕਿ ਇਹ ਕੀ ਹੋ ਗਿਆ। ਫਿਰ ਵੈਦ ਨੂੰ ਬੁਲਾਇਆ ਗਿਆ, ਦਵਾਈ ਦਿੱਤੀ ਗਈ ਪਰ ਕੁਝ ਵੀ ਫਰਕ ਨਾ ਪਿਆ। ਉਸੇ ਹੀ ਤਰ੍ਹਾਂ ਤੜਫ ਰਿਹਾ ਸੀ। ਫਿਰ ਬਹੁਤ ਸਾਰੇ ਆਦਮੀ ਬਾਬਾ ਮਿਹਰ ਚੰਦ ਜੀ ਵੱਲ ਖਬਰ ਦੇਣ ਵਾਸਤੇ ਉੱਠ ਕੇ ਦੌੜੇ ਤੇ ਜਾ ਕੇ ਦੱਸਿਆ ਕਿ ਬਾਬਾ ਜੀ ਘਰ ਵਿੱਚ ਆਪ ਜੀ ਦਾ ਲਾਡਲਾ ਸਾਹਿਬਜ਼ਾਦਾ ਬਹੁਤ ਤੰਗ ਹੋ ਗਿਆ ਹੈ ਤੇ ਤੜਫੀ ਜਾ ਰਿਹਾ ਹੈ। ਜਾਨ ਖੁੱਸ ਰਹੀ ਹੈ, ਜਲਦੀ ਚਲੋ ਤੇ ਚੱਲ ਕੇ ਪਤਾ ਕਰੋ। ਇੰਨੀ ਗੱਲ ਸਾਰੀ ਸੰਗਤ ਵਿੱਚ ਫੈਲ ਗਈ ਤੇ ਹਾਹਾਕਾਰ ਮਚ ਗਈ ਕਿ ਇਹ ਕੀ ਹੋ ਗਿਆ। ਸਾਰੇ ਹੀ ਘਰ ਵੱਲ ਨੂੰ ਨੱਠ ਉੱਠੇ। ਬਾਬਾ ਧਰਮਚੰਦ ਜੀ ਦੇ ਸਾਹਿਬਜ਼ਾਦੇ ਬਾਬਾ ਮਿਹਰ ਚੰਦ ਜੀ ਵੀ ਘਰ ਆ ਪੁੱਜੇ ਤੇ ਆਪਣੇ ਸਾਹਿਬਜ਼ਾਦੇ ਮਾਣਕ ਚੰਦ ਜੀ ਨੂੰ ਤੜਫਦਾ ਦੇਖ ਕੇ ਰਤਾ ਵੀ ਚਿੰਤਾ ਵਿੱਚ ਨਹੀਂ ਆਏ ਤੇ ਆਖਿਆ ਕਿ ਇਸ ਨੇ ਇੱਥੇ ਹੀ ਕਰਨੀ ਦਾ ਫਲ ਪਾ ਲਿਆ ਹੈ। ਸਾਡੇ ਪਿਤਾ ਲਖਮੀ ਚੰਦ ਜੀ ਤਾਂ ਦਰਗਾਹ ਦੇ ਵਿੱਚ ਲੇਖਾ ਦੇਣ ਵਾਸਤੇ ਚਲੇ ਗਏ ਸਨ ਤੇ ਮੇਰੇ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਨੇ ਸਾਨੂੰ 4 ਯੋਜਨ ਤੋਂ ਉਤਾਰ ਲਿਆ ਸੀ ਕਿ ਸਾਡੀ ਬੰਸ ਨਾ ਖਤਮ ਹੋ ਜਾਏ। ਇਸ ਨੇ ਇੱਥੇ ਹੀ ਲੇਖਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਠੀਕ ਹੀ ਹੋ ਰਿਹਾ ਹੈ ਜੋ ਕਿ ਸਾਡੇ ਵੱਡੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਦੇ ਕੋਨੇ-ਕੋਨੇ ਤੇ ਪਹੁੰਚ ਕੇ ਦੁਖੀ ਜਗਤ ਦਾ ਉਧਾਰ ਕੀਤਾ ਹੈ। ਗ੍ਰਸਤੀ ਹੋ ਕੇ ਵੀ ਉਸ ਪ੍ਰਭੂ ਦੀ ਰਜ਼ਾ ਨੂੰ ਪ੍ਰਵਾਨ ਕੀਤਾ ਹੈ। ਗ੍ਰਸਤੀ ਹੁੰਦਿਆਂ ਵੀ ਇੱਕ ਤਿਆਗ ਦਾ ਸਬੂਤ ਦੇ ਕੇ ਕਰ ਵਿਖਾਇਆ ਹੈ। ਜਦੋਂ ਸਾਡੇ ਬਾਬੇ ਲਖਮੀ ਚੰਦ ਜੀ ਸ਼ਿਕਾਰ ਕਰਕੇ ਵਾਪਸ ਆ ਰਹੇ ਸੀ ਤਾਂ ਅਸੀਂ ਵੱਡੇ ਬਾਬਾ ਸ਼੍ਰੀ ਚੰਦ ਜੀ ਤੋਂ ਸੁਣਿਆ ਹੈ ਕਿ ਤੂੰ ਚੰਗਾ ਨਹੀਂ ਕੀਤਾ, ਇਹ ਲੇਖਾ ਦੇਣਾ ਪਵੇਗਾ, ਆਪਣੇ ਕੀਤੇ ਦਾ ਫਲ ਭੁਗਤਣਾ ਪਵੇਗਾ। ਸੋ ਇੱਕਦਮ ਤਿਆਰੀ ਕਰ ਲਈ ਤੇ ਲੇਖਾ ਦੇਣ ਨੂੰ ਰਵਾਨਾ ਹੋ ਗਏ। ਸਾਡੀ ਵੱਡੀ ਦਾਦੀ ਅਤੇ ਸਾਡੇ ਪਿਤਾ ਧਰਮਚੰਦ ਜੀ ਨੂੰ ਘੋੜੇ ਤੇ ਬਿਠਾ ਕੇ ਉਡਾਰੀ ਮਾਰ ਕੇ 4 ਯੋਜਨ ਦੀ ਉਚਾਈ ਤੇ ਜਾ ਪਹੁੰਚੇ। ਫਿਰ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਸ਼੍ਰੀ ਚੰਦ ਜੀ ਨੇ 4 ਯੋਜਨ ਹੀ ਆਪਣੀ ਬਾਂਹ ਵਧਾ ਕੇ
ਸਾਡੇ ਪਿਤਾ ਧਰਮਚੰਦ ਜੀ ਨੂੰ ਉਤਾਰ ਕੇ ਧਰਤੀ ਤੇ ਲਿਆਂਦਾ ਤੇ ਪਿਤਾ ਜੀ ਦੀ ਪਰਵਰਿਸ਼ ਵੀ ਆਪ ਹੀ ਕੀਤੀ ਤੇ ਬੇਦੀ ਬੰਸ ਨੂੰ ਇਸ ਜਗਤ ਤੇ ਪ੍ਰਫੁੱਲਿਤ ਕੀਤਾ। ਸੋ ਅਸੀਂ ਉਸੇ ਹੀ ਅੰਸ਼ ਦੀ ਪੈਦਾਇਸ਼ ਹਾਂ। ਅਸੀਂ ਐਸੇ ਕਹਿਰਾਂ ਨੂੰ ਸਹਾਰ ਨਹੀਂ ਸਕਦੇ। ਇਹ ਕਬੂਤਰ ਵੀ ਤਾਂ ਕਿਸੇ ਦੀ ਅੰਸ਼ ਹੀ ਹੈ। ਇਸੇ ਹੀ ਤਰ੍ਹਾਂ ਉਸ ਦੇ ਮਾਤਾ ਪਿਤਾ ਨੂੰ ਵੀ ਤਾਂ ਦੁੱਖ ਹੋਇਆ ਹੀ ਹੋਵੇਗਾ। ਜੈਸੇ ਕਿ ਮਹਾਰਾਜਾ ਦਸ਼ਰਥ ਨੇ ਦੂਸਰੇ ਦੇ ਬੱਚੇ ਸਰਵਣ ਨੂੰ ਤੀਰ ਨਾਲ ਮਾਰ ਕੇ ਮਾਰ ਦਿੱਤਾ ਸੀ। ਉਸ ਦੇ ਮਾਤਾ ਪਿਤਾ ਅੰਧਲੀ ਤੇ ਅੰਧਲੇ ਨੇ ਦਸ਼ਰਥ ਨੂੰ ਸ਼ਰਾਪ ਦੇ ਛੱਡਿਆ ਕਿ ਜਿਸ ਤਰ੍ਹਾਂ ਤੂੰ ਇਸ ਤੇ ਜ਼ੁਲਮ ਕੀਤਾ ਹੈ ਉਸ ਤਰ੍ਹਾਂ ਹੀ ਤੇਰੇ ਨਾਲ ਵੀ ਹੋਵੇਗਾ। ਸਾਡੇ ਜੀਵਨ ਸਹਾਰੇ ਨੂੰ ਤੀਰ ਮਾਰ ਕੇ ਵਿੰਨਿਆ ਹੈ। ਇਸੇ ਹੀ ਤਰ੍ਹਾਂ ਤੂੰ ਵੀ ਪੁੱਤਰਾਂ ਦੇ ਵਿਯੋਗ ਵਿੱਚ ਤੜਫ ਤੜਫ ਕੇ ਮਰੇਗਾ। ਇਹ ਸ਼ਰਾਪ ਦੇ ਕੇ ਉਹ ਆਪ ਵੀ ਰੋ ਰੋ ਕੇ ਖਤਮ ਹੋ ਗਏ ਸਨ। ਕਿ ਜਿਸ ਤਰ੍ਹਾਂ ਉਸ ਕਬੂਤਰ ਦੇ ਮਾਤਾ ਪਿਤਾ ਅਤੇ ਸਰਵਣ ਦੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਦੇ ਦੁੱਖ ਨੂੰ ਸਹਿਣ ਕਰ ਲਿਆ ਹੋਵੇਗਾ, ਅਸੀਂ ਇਨਸਾਨ ਹੋ ਕੇ ਵੀ ਸਹਿਣ ਕਰਾਂਗੇ, ਤਾਂ ਹੀ ਅਸੀਂ ਉਸ ਪ੍ਰਭੂ ਦੀ ਰਜ਼ਾ ਮੰਨ ਸਕਦੇ ਹਾਂ। ਜਦ ਸਭਨਾਂ ਨੇ ਇਹ ਬਚਨ ਸੁਣੇ ਤਾਂ ਸਭ ਦੇ ਸਭ ਦਿਲਗੀਰ ਹੋ ਗਏ। ਅਫਸੋਸ ਅੰਦਰ ਚਿਹਰੇ ਫੂਕ ਹੋ ਗਏ ਤੇ ਸਾਰੇ ਉਦਾਸ ਹੋ ਕੇ ਆਪਣੇ ਘਰਾਂ ਨੂੰ ਤੁਰ ਗਏ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ। ਉਧਰ ਜਦ ਮਿਹਰ ਚੰਦ ਨੇ ਆਪਣੀ ਸੁਪਤਨੀ ਵੱਲ ਵੇਖਿਆ ਕਿ ਇਹ ਤਾਂ ਜਰ ਨਹੀਂ ਰਹੀ, ਬੱਚੇ ਦੇ ਵਿਰਲਾਪ ਕਰ ਰਹੀ ਹੈ, ਤਾਂ ਫਿਰ ਮਿਹਰਾਂ ਵਿੱਚ ਆ ਕੇ ਕਹਿਣ ਲੱਗੇ ਕਿ ਤੁਸੀਂ ਜਲਦੀ ਹੀ ਬਾਠ ਸਾਹਿਬ ਚਲੇ ਜਾਓ ਅਤੇ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਕੋਲ ਇਸ ਭਾਣੇ ਦਾ ਬਿਰਤਾਂਤ ਸੁਣਾ ਦਿਓ। ਫਿਰ ਸਾਰੇ ਰਿਸ਼ਤੇਦਾਰ ਆਦਿ ਬਾਠ ਸਾਹਿਬ ਨੂੰ ਉੱਠ ਦੌੜੇ। ਜਾ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਆਦਿ ਤੋਂ ਅੰਤ ਤੱਕ ਸਾਰਾ ਬਿਰਤਾਂਤ ਸੁਣਾ ਦਿੱਤਾ। ਉਧਰ ਤਾਂ ਤੜਫ ਰਿਹਾ ਸਾਹਿਬਜ਼ਾਦਾ ਪ੍ਰਾਣ ਤਿਆਗ ਗਿਆ ਸੀ, ਪਰ ਇੱਧਰ ਜਗਤ ਗੁਰੂ ਭਗਵਾਨ ਬਾਬਾ ਸ਼੍ਰੀ ਚੰਦ ਜੀ ਫਿਰ ਪੁੱਤਰਾਂ ਦੇ ਦਾਨੀ ਬਣ ਗਏ। ਸਭ ਨੂੰ ਧੀਰਜ ਦਿਲਾਸਾ ਦਿੱਤਾ ਤੇ ਜਲ ਪਾਣੀ ਵੀ ਸ਼੍ਰੀ ਕਮਲੀਆ ਜੀ ਨੂੰ ਕਹਿ ਕੇ ਪਿਲਾਇਆ ਤੇ ਬਾਬਾ ਜੀ ਨੇ ਆਪਣੇ ਹੱਥੋਂ ਇੱਕ ਫਲ ਦੇ ਕੇ ਸ਼੍ਰੀ ਮਿਹਰ ਚੰਦ ਜੀ ਦੀ ਸੁਪਤਨੀ ਨੂੰ ਪੁੱਤਰ ਦਾ ਵਰ ਦੇ ਕੇ ਆਖਿਆ ਕਿ ਇਹ ਛਕ ਲਵੇ। ਕੁਝ ਸਮੇਂ ਬਾਅਦ ਉਸ ਦੀ ਕੁੱਖੋਂ ਸਾਡੀ ਅਨਾਇਤ ਪੁੱਤਰ ਜਨਮੇਗਾ। ਉਸ ਦਾ ਨਾਮ ਅਨਾਇਤ ਚੰਦ ਰੱਖ ਲੈਣਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ 10 ਮਹੀਨਿਆਂ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਵਰ ਨਾਲ ਸ਼੍ਰੀ ਮਿਹਰ ਚੰਦ ਜੀ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਅਨਾਇਤ ਚੰਦ ਰੱਖਿਆ ਗਿਆ, ਜਿਸ ਦੀ ਇਹ ਬੇਦੀ ਬੰਸ ਸ਼੍ਰੀ ਡੇਰਾ ਬਾਬਾ ਨਾਨਕ ਵਿੱਚ ਚੱਲ ਰਹੀ ਹੈ, ਜੋ ਕਿ ਪ੍ਰਤੱਖ ਹੈ। ਸੋ ਜਿਸ ਬੋਹੜ ਥੱਲੇ ਕਬੂਤਰ ਦੀ ਵਾਰਤਾ ਹੋਈ ਸੀ, ਉੱਥੇ ਬੋਹੜ ਦੀ ਛਾਇਆ ਹੇਠ ਇਹ ਅਸਥਾਨ ਅੱਜ ਵੀ ਕਾਇਮ ਹੈ ਤੇ ਬਹੁਤ ਭਾਰੀ ਸੰਗਤ ਆਣ ਕੇ ਘਿਓ ਦੀਆਂ ਜੋਤਾਂ ਜਗਾਉਂਦੀਆਂ ਹਨ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਬਾਬਾ ਸ਼੍ਰੀ ਚੰਦ ਜੀ ਉਦਾਸੀ ਮੱਤ ਦੇ, ਜੋ ਕਿ ਸਿੱਖ ਧਰਮ ਦਾ ਇੱਕ ਅੰਗ ਹੈ, ਉਹਦੇ ਮੋਢੀ ਪ੍ਰਚਾਰਕ ਸਨ। ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਜੋ ਕਿ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਪੁੱਤਰ ਸਨ, ਉਹਨਾਂ ਦੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੈ। ਅੱਜ ਕੱਲ੍ਹ ਦੇ ਕਈ ਪ੍ਰਚਾਰਕ ਬਾਬਾ ਸ਼੍ਰੀ ਚੰਦ ਜੀ ਦੇ ਖਿਲਾਫ ਕਈ ਪ੍ਰਕਾਰ ਦੀਆਂ ਗੱਲਾਂ ਕਰਕੇ ਆਪਣੇ ਉੱਪਰ ਪਾਪ ਸਹੇੜਦੇ ਹਨ, ਜੋ ਕਿ ਉਹਨਾਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਕਿਉਂਕਿ ਬਹੁਤੇ ਪ੍ਰਚਾਰਕ ਇਤਿਹਾਸ ਤੋਂ ਜਾਣੂ ਨਹੀਂ ਹਨ, ਇਸ ਲਈ ਉਹ ਇਸ ਪ੍ਰਕਾਰ ਕਰਦੇ ਹਨ। ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਪੁੱਤਰ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਭੇਟਾ ਨਾ ਕਰਦੇ। ਸੋ ਸਾਧ ਸੰਗਤ ਜੀ, ਜਿੰਨਾ ਪ੍ਰਚਾਰ ਉਦਾਸੀ ਮੱਤ ਦੇ ਸਾਧੂਆਂ ਨੇ ਸਿੱਖਾਂ ਵਾਸਤੇ ਕੀਤਾ ਹੈ, ਉਹਨਾਂ ਸ਼ਾਇਦ ਕਿਸੇ ਨੇ ਅੱਜ ਤੱਕ ਕੀਤਾ ਨਹੀਂ ਹੋਣਾ। ਸੋ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਸਤਿਕਾਰ ਕਰਦੇ ਹਾਂ, ਉਸ ਤਰ੍ਹਾਂ ਹੀ ਸਾਨੂੰ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
वाहिगुरु जी की फतेह। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह।